नमस्कार प्यारे बच्चों, ਅੱਜ ਤੁਹਾਡਾ ਮੇਰੀ ਕੰਪਿਊਟਰ ਕਲਾਸ ਵਿੱਚ ਸਵਾਗਤ ਹੈ। ਅੱਜ ਅਸੀਂ ਜਮਾਤ 10ਵੀਂ ਦਾ ਪਾਠ ਦੂਸਰਾ HTML ਫੰਡਾਮੈਂਟਲਸ ਕਰਾਂਗੇ, ਜਿਸ ਵਿੱਚ ਅਸੀਂ HTML ਟੈਗਸ ਬਾਰੇ ਜਾਣਾਂਗੇ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਕਿ HTML ਕੀ ਹੁੰਦਾ ਹੈ, ਇਹ ਕਿਹੜੀ ਭਾਸ਼ਾ ਹੈ ਅਤੇ ਕਿਸ ਵਾਸਤੇ ਵਰਤੀ ਜਾਂਦੀ ਹੈ। ਤਾਂ ਅਗਰ ਤੁਹਾਨੂੰ ਯਾਦ ਹੋਏਗਾ ਤਾਂ HTML ਇੱਕ ਭਾਸ਼ਾ ਹੈ ਜਿਸ ਨੂੰ ਅਸੀਂ ਵੈਬਸਾਈਟ ਬਣਾਉਣ ਵਾਸਤੇ ਵਰਤਦੇ ਹਾਂ, ਪਰ ਇਸ ਵਿੱਚ ਅਸੀਂ HTML ਟੈਗਸ ਦੀ ਵਰਤੋਂ ਕਰਦੇ ਹਾਂ, ਜਿਸ ਰਾਹੀਂ ਵੈਬ ਪੇਜ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਦੇ ਵਿੱਚ ਕੀ ਡਿਸਪਲੇ ਹੋਣਾ ਹੈ। ਬੱਚਿਓ, ਵੈਬ ਬਰਾਊਜ਼ਰ ਦੇ ਵਿੱਚ ਜਦੋਂ ਅਸੀਂ ਵੈਬ ਪੇਜ ਤਿਆਰ ਕਰਦੇ ਹਾਂ ਤਾਂ ਉਸ ਵੈਬ ਪੇਜ ਦੇ ਵਿੱਚ ਡਿਸਪਲੇ ਹੋਣ ਵਾਲੀਆਂ ਚੀਜ਼ਾਂ ਜਿਵੇਂ ਕਿ ਇਮੇਜ, ਟੇਬਲ ਜਾਂ ਕੋਈ ਵੀ ਟੈਕਸਟ, ਉਹ ਕਿਸ ਰਾਹੀਂ ਨਿਰਧਾਰਿਤ ਕੀਤਾ ਜਾਂਦਾ ਹੈ? HTML ਟੈਗਸ ਰਾਹੀਂ। ਤਾਂ ਜਿਹੜੇ ਟੈਗਸ ਨੇ ਉਹ HTML ਕਮਾਂਡਸ ਹਨ ਜੋ ਕਿ ਡਾਕੂਮੈਂਟ ਦੀ ਬਣਤਰ ਅਤੇ ਦਿੱਖ ਨੂੰ ਨਿਯੰਤਰਿਤ ਕਰਦੇ ਹਨ। ਬੱਚਿਓ, ਟੈਗਸ ਜੋ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਹਨ, ਕੰਟੇਨਰ ਟੈਗਸ ਅਤੇ ਐਮਪਟੀ ਟੈਗਸ। ਇਹ ਦੋ ਤਰ੍ਹਾਂ ਦੇ ਟੈਗਸ ਕਿਹੜੇ-ਕਿਹੜੇ ਹੁੰਦੇ ਹਨ ਅਤੇ ਇਹਨਾਂ ਦੀ ਕਿਵੇਂ ਵਰਤੋਂ ਹੁੰਦੀ ਹੈ, ਚਲੋ ਅਸੀਂ ਦੇਖੀਏ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕੰਟੇਨਰ ਟੈਗਸ। ਕੰਟੇਨਰ ਟੈਗਸ ਤੁਹਾਨੂੰ ਨਾਮ ਤੋਂ ਵੀ ਥੋੜ੍ਹਾ ਲੱਗਦਾ ਹੋਏਗਾ। ਕੰਟੇਨਰ ਜਿਵੇਂ ਕਿ ਆਮ ਅਸੀਂ ਯੂਜ਼ ਕਰਦੇ ਹਾਂ ਜਦੋਂ ਉਸ ਦੇ ਵਿੱਚ ਕੁਝ ਸਮਾਨ ਰੱਖੀਏ ਤਾਂ ਉਸਨੂੰ ਉੱਪਰੋਂ ਕਲੋਜ਼ ਵੀ ਕਰਦੇ ਹਾਂ। ਉਸੇ ਤਰੀਕੇ ਹੀ ਕੰਟੇਨਰ ਟੈਗਸ ਉਹ ਟੈਗਸ ਜਿਨ੍ਹਾਂ ਵਿੱਚ ਓਪਨਿੰਗ ਅਤੇ ਕਲੋਜ਼ਿੰਗ ਦੋਨਾਂ ਤਰ੍ਹਾਂ ਦੇ ਟੈਗ ਹੁੰਦੇ ਹਨ, ਇਹ ਜੋੜੇ ਵਿੱਚ ਹੁੰਦੇ ਹਨ। ਟੈਕਸਟ ਇਹਨਾਂ ਦੋਨਾਂ ਟੈਗ ਦੇ ਵਿੱਚ ਲਿਖਿਆ ਜਾਂਦਾ ਹੈ। ਹਰ ਟੈਗ ਜੋ ਓਪਨ ਹੁੰਦਾ ਹੈ ਉਸਨੂੰ ਕਲੋਜ਼ ਵੀ ਕਰਨਾ ਚਾਹੀਦਾ ਹੈ। ਜਿਵੇਂ ਕਿ ਉਦਾਹਰਨ ਲਈ ਅਗਰ ਅਸੀਂ HTML ਟੈਗ ਦੀ ਵਰਤੋਂ ਕਰਦੇ ਹਾਂ ਤਾਂ ਇਸ ਨੂੰ ਕਲੋਜ਼ ਵੀ ਕਰਨਾ ਪੈਂਦਾ ਹੈ। ਤਾਂ ਬੱਚਿਓ, ਅਸੀਂ ਕੁਝ ਟੈਗਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਸਾਨੂੰ ਕਲੋਜ਼ ਕਰਨ ਦੀ ਲੋੜ ਨਹੀਂ ਪੈਂਦੀ, ਬਟ ਕੰਟੇਨਰ ਟੈਗਸ ਦੇ ਵਿੱਚ ਅਸੀਂ ਜਦੋਂ ਟੈਗ ਨੂੰ ਸ਼ੁਰੂ ਕਰਦੇ ਹਾਂ ਤਾਂ ਅਸੀਂ ਟੈਗ ਦਾ ਨਾਮ ਲਿਖਦੇ ਹਾਂ, ਪਰ ਜਦੋਂ ਉਸਨੂੰ ਕਲੋਜ਼ ਕਰਦੇ ਹਾਂ ਤੇ ਫਾਰਵਰਡ ਸਲੈਸ਼ ਨਾਲ ਉਸ ਟੈਗ ਨੂੰ ਲਿਖ ਕੇ ਅਸੀਂ ਉਸਨੂੰ ਕਲੋਜ਼ ਕਰ ਸਕਦੇ ਹਾਂ। ਇਸ ਉਦਾਹਰਨ ਦੇ ਵਿੱਚ ਅਸੀਂ HTML ਟੈਗ ਓਪਨਿੰਗ ਜਾਂ ਇਨੀਸ਼ੀਅਲ ਟੈਗ ਹੈ ਅਤੇ /HTML ਕਲੋਜ਼ਿੰਗ ਜਾਂ ਫਾਈਨਲ ਟੈਗ ਹੈ। ਇਸ ਦੀ ਇਹੀ ਨਿਰਧਾਰਿਤ ਕਰਦਾ ਹੈ ਕਿ ਸਾਡਾ ਪ੍ਰੋਗਰਾਮ ਖਤਮ ਹੋ ਗਿਆ ਹੈ ਜਾਂ ਇਹ ਕਮਾਂਡ ਦੇ ਵਿੱਚ ਜੋ ਲਿਖਣਾ ਹੈ ਜਾਂ ਜੋ ਕਰਨਾ ਹੈ ਉਹ ਕਿੱਥੋਂ ਤੱਕ ਕਰਨਾ ਹੈ। ਅਗਰ ਅਸੀਂ ਕਮਾਂਡ ਨੂੰ ਕਲੋਜ਼ ਨਹੀਂ ਕਰਾਂਗੇ ਤਾਂ ਵੈਬ ਬਰਾਊਜ਼ਰ ਨੂੰ ਇਹ ਪਤਾ ਨਹੀਂ ਲੱਗੇਗਾ ਕਿ ਉਸ ਕਮਾਂਡ ਨੂੰ ਕਿੱਥੋਂ ਤੱਕ ਐਗਜ਼ੀਕਿਊਟ ਕਰਨਾ ਹੈ। ਬੱਚਿਓ, ਕੁਝ ਉਦਾਹਰਨਾਂ ਹੋਰ ਵੀ ਹਨ, ਜਿਵੇਂ ਕਿ ਹੈਡ ਟੈਗ, ਟਾਈਟਲ ਟੈਗ, ਬੋਡੀ ਟੈਗ, ਫੌਂਟ ਟੈਗ, ਇਟੈਲਿਕ ਟੈਗ, ਬੋਲਡ ਟੈਗ, ਅੰਡਰਲਾਈਨ ਟੈਗ ਅਤੇ ਟੇਬਲ ਟੈਗ। ਇਹ ਟੈਗ ਕਿਵੇਂ ਅਤੇ ਕਿੱਥੇ ਵਰਤੇ ਜਾਂਦੇ ਹਨ, ਇਹਨਾਂ ਬਾਰੇ ਅਸੀਂ ਅਗਲੇ ਵੀਡੀਓਜ਼ ਦੇ ਵਿੱਚ ਜਾਣਾਂਗੇ। ਦੂਸਰੇ ਟੈਗਸ ਹਨ ਐਮਟੀ ਟੈਗਸ। ਐਮਟੀ ਟੈਗਸ ਉਹ ਟੈਗਸ ਹੁੰਦੇ ਹਨ ਜਿਨ੍ਹਾਂ ਨੂੰ ਕਲੋਜ਼ਿੰਗ ਟੈਗ ਦੀ ਲੋੜ ਨਹੀਂ ਹੁੰਦੀ ਅਤੇ ਕੇਵਲ ਸਟਾਰਟ ਟੈਗ ਹੁੰਦਾ ਹੈ। ਇਹ ਸਿੰਗਲ ਜਾਂ ਸੋਲੋ ਟੈਗਸ ਹੁੰਦੇ ਹਨ, ਇਸ ਲਈ ਇਹਨਾਂ ਨੂੰ ਸਿੰਗੂਲਰ ਟੈਗਸ ਵੀ ਕਿਹਾ ਜਾਂਦਾ ਹੈ। ਇਸ ਦੀ ਉਦਾਹਰਨ ਕੁਝ ਇਸ ਪ੍ਰਕਾਰ ਹੈ, ਜਿਵੇਂ ਕਿ ਮੰਨ ਲਓ ਅਸੀਂ ਅਗਰ ਕੁਝ ਲਿਖ ਰਹੇ ਹਾਂ ਤਾਂ BR ਟੈਗ ਲਿਖਣ ਨਾਲ ਉਸ ਲਾਈਨ ਦੇ ਵਿੱਚ ਬ੍ਰੇਕ ਆ ਜਾਏਗੀ ਅਤੇ ਉਹ ਅਗਲੀ ਲਾਈਨ 'ਤੇ ਚਲਾ ਜਾਏਗਾ। ਤਾਂ ਬੱਚਿਓ, ਇਸ ਉਦਾਹਰਨ ਵਿੱਚ ਬ੍ਰੇਕ ਟੈਗ ਨੂੰ ਲਾਈਨ ਤੋਂ ਟੈਕਸਟ ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ। ਇਹ ਸਿਰਫ ਓਪਨਿੰਗ ਟੈਗ ਹੈ ਅਤੇ ਕਲੋਜ਼ਿੰਗ ਟੈਗ ਨਹੀਂ ਵਰਤਿਆ ਜਾਂਦਾ, ਇਸ ਨੂੰ ਸਿਰਫ ਇੱਕ ਵਾਰ ਲਿਖਿਆ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਉਦਾਹਰਨਾਂ ਹਨ, ਜਿਵੇਂ ਕਿ ਲਿਸਟ ਟੈਗ, ਡੈਫੀਨੇਸ਼ਨ ਟਰਮ, ਇਮੇਜ ਟੈਗ ਆਦਿ। ਇਹਨਾਂ ਬਾਰੇ ਅਸੀਂ ਬਾਅਦ 'ਚ ਜਾਣਾਂਗੇ, ਪਰ ਅੱਜ ਅਸੀਂ ਕੁਝ ਟੈਗਸ ਬਾਰੇ ਦੇਖਾਂਗੇ ਕਿ ਕਿਹੜੇ ਟੈਗ ਵਰਤ ਕੇ ਅਸੀਂ ਆਪਣੇ ਡਾਕੂਮੈਂਟ ਦੇ ਵਿੱਚ ਹੈਡਿੰਗਸ ਬਣਾ ਸਕਦੇ ਹਾਂ। ਬੱਚਿਓ, ਅਸੀਂ HTML ਟੈਗ, ਹੈਡ ਟੈਗ, ਟਾਈਟਲ ਅਤੇ ਬੋਡੀ ਟੈਗ ਬਾਰੇ ਪਹਿਲਾਂ ਹੀ ਜਾਣ ਲਿਆ ਸੀਗਾ, ਕਿਉਂਕਿ ਇਹ ਡਾਕੂਮੈਂਟ ਦਾ ਬੇਸਿਕ ਸਟਰਕਚਰ ਬਣਾਉਣ ਦੇ ਵਿੱਚ ਕੰਮ ਆਉਂਦੇ ਹਨ। ਹਰ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਵਰਤੋਂ ਹੁੰਦੀ ਹੀ ਹੈ। ਅਸੀਂ ਅੱਜ ਸਭ ਤੋਂ ਪਹਿਲਾਂ ਹੈਡਿੰਗ ਟੈਗ ਬਾਰੇ ਜਾਣਾਂਗੇ। ਹੈਡਿੰਗ ਟੈਗ ਦੀ ਵਰਤੋਂ ਅਸੀਂ ਹੈਡਿੰਗਸ ਬਣਾਉਣ ਵਾਸਤੇ ਕਰਦੇ ਹਾਂ। ਇਹ ਮੂਲ ਰੂਪ ਵਿੱਚ ਕਿਸੇ ਵੀ ਟੈਕਸਟ 'ਤੇ ਜ਼ੋਰ ਦੇਣ ਲਈ ਵਰਤਿਆ ਜਾਂਦਾ ਹੈ। HTML 1 ਤੋਂ 6 ਭਾਵ H1, H2, H3 ਅਤੇ H6 ਤੱਕ ਦੇ 6 ਪੱਧਰ ਦੇ ਹੈਡਿੰਗ ਨੂੰ ਸਪੋਰਟ ਕਰਦਾ ਹੈ। ਮੰਨ ਲਓ ਤੁਸੀਂ ਇੱਕ
कोई चैप्टर बनाना है या तुसी कोई टॉपिक लिखना है तो देखो बच्चों उसदे विच तुसी एक हैडिंग लिखदे हो या चैप्टर दा या टॉपिक दा नाम लिखदे हो, उसदे कुछ सब टॉपिक्स भी लिखदे हो। जदों तुसी हैडिंग्स दे अंदर कोई सब टॉपिक फिर उसदे अंदर कोई सब टॉपिक लिखने हैं तो तुहानू हैडिंग दे कुछ लैवल तय करने पैंदे हन, जिवें कि सब तो बोल्ड अटे सब तो वड्डे साइज़ दे विच सब तो पहली हैडिंग लिखते हो, फिर उस तो थोड़ा छोटा साइज़ कर देंदे हो, दैन उस तो छोटा, इस तरह तुसी हैडिंग्स नू अपने डॉकूमेंट दे विच लगांदे हो। तां इसे तरीके ही असी HTML दे विच भी हैडिंग्स वरतदे हाँ। उदाहरण लई जिवें H1 टैग है, इस दे विच असी जो हैडिंग लिखनी होवे वो लिख के H1 टैग नू क्लोज कर दिंदे आ। H2 टैग लिख के उस दे विच जो हैडिंग लिखनी होवे H2 टैग नू क्लोज कर दिंदे आ। इसे तरीके H3 H4 H5 अते H6 ਇਹ 6 ਲੈਵਲ ਨੇ ਜੋ ਕਿ ਅਸੀਂ HTML ਦੇ ਵਿੱਚ ਯੂਜ਼ ਕਰਕੇ ਆਪਣਾ ਪ੍ਰੋਗਰਾਮ ਬਣਾ ਸਕਦੇ ਹਾਂ। ਇਸ ਦੇ ਵਿੱਚੋਂ ਜਿਹੜਾ H1 ਟੈਗ ਹੈ ਇਹ ਇੱਕ ਲਾਰਜੈਸਟ ਸਾਈਜ਼ ਹੈ। ਇਸ ਤੋਂ ਵੱਡਾ ਸਾਈਜ਼ ਹੈਡਿੰਗ ਦਾ ਨਹੀਂ ਹੁੰਦਾ HTML ਡਾਕੂਮੈਂਟ ਵਿੱਚ, ਇਹ ਸਭ ਤੋਂ ਵੱਡੇ ਸਾਈਜ਼ ਦੀ ਹੈਡਿੰਗ ਲਿਖਦਾ ਹੈ। ਅਤੇ H6 ਸਭ ਤੋਂ ਸਮੋਲੈਸਟ ਮਤਲਬ ਸਭ ਤੋਂ ਛੋਟਾ ਸਾਈਜ਼ ਹੈ। ਤਾਂ H1 ਤੋਂ ਲੈ ਕੇ H6 ਤੱਕ जो हैडिंग्स ने उन्हों साइज़ घटता जाता है, जिमें H1 का सब तो ज़्यादा, फिर H2 का उस तो घट, H3 का उस तो घट, H4 का उस तो भी घट, H5 का अते H6 का सब तो छोटा साइज़ हुंदा है। तो चलो हुण असीं एक प्रोग्राम राही जानते हाँ कि असीं HTML दे विच कोडिंग करके हैडिंग्स की वरतों किवें कर सकते हाँ। इसलिए असीं सब तो पहला स्टार्ट ते जाके नोटपैड लिखांगे ਅਤੇ ਨੋਟਪੈਡ ਨੂੰ ਓਪਨ ਕਰ ਲਾਂਗੇ। ਓਪਨ ਹੋਣ ਉਪਰੰਤ ਅਸੀਂ ਨੋਟਪੈਡ ਦੇ ਵਿੱਚ ਆਪਣਾ ਕੋਡ ਲਿਖਾਂਗੇ, ਜਿਸ ਵਿੱਚ ਅਸੀਂ ਸਭ ਤੋਂ ਪਹਿਲਾਂ HTML ਟੈਗ ਲਿਖਾਂਗੇ। HTML ਤੋਂ ਬਾਅਦ ਹੈਡ ਟੈਗ। ਹੈਡ ਟੈਗ ਦੇ ਵਿੱਚ ਅਸੀਂ ਟਾਈਟਲ ਟੈਗ ਦੀ ਵਰਤੋਂ ਕਰਦੇ ਹਾਂ ਅਤੇ ਟਾਈਟਲ ਟੈਗ ਦੇ ਵਿੱਚ ਅਸੀਂ ਆਪਣੇ ਵੈਬ ਪੇਜ ਦਾ ਸਿਰਲੇਖ ਲਿਖਦੇ ਹਾਂ, ਕਿਉਂਕਿ ਟਾਈਟਲ ਟੈਗ ਇੱਕ ਕੰਟੇਨਰ ਟੈਗ ਹੈ ਅਤੇ ਇਸ ਨੂੰ ਕਲੋਜ਼ ਕਰਨਾ ਜ਼ਰੂਰੀ ਹੈ। फॉरवर्ड/ टाइटल लिख के असी इसनू क्लोज करते हाँ, तो फॉरवर्ड/ हैड लिख के असी हैड टैग नू भी क्लोज कर लेने हाँ। इस तो बाद हुण साडी बॉडी टैग की शुरुआत हुंदी है, जिस विच असी अपना वैब पेज दे विच डिस्पले होने वाला डाटा तैयार करांगे। इस विच असी सब तो पहला H1 मतलब कि हैडिंग 1 टैग यूज़ करते हाँ। इस दे विच असी लिखांगे हैडिंग 1, फिर असी हैडिंग 1 टैग नू क्लोज कर देंगे। इस तो बाद असी दूसरा टैग लिखते हाँ H2। H2 टैग लिखण उपरंत असी उस दे विच हैडिंग 2 लिखांगे अते हैडिंग 2 टैग नू भी क्लोज कर देंगे। फिर तीसरा टैग है H3, इस विच असी हैडिंग 3 लिखांगे अते फॉरवर्ड/ H3 नाल इसनू क्लोज कर देंगे। इस तो बाद H4 टैग, हैडिंग 4 लिख के असी H4 टैग नू भी क्लोज कर देने हाँ। फिर H5 टैग, हैडिंग 5 लिखिया, H5 नू क्लोज किया अते हुण अखीरी टैग जो कि हैडिंग लैवल का अखीरी लैवल है H6 लिख के असी हैडिंग 6 लिखांगे अते हैडिंग 6 टैग नू भी क्लोज कर देंगे। हुण क्योंकि साडे वैब पेज ते डिस्पले होने वाला डाटा असी लिख चुके हाँ, हुण असी बॉडी टैग नू क्लोज कर दिंदे हाँ। साडा हुण प्रोग्राम भी कंप्लीट हो चुका है, इसलिए असी HTML टैग नू भी क्लोज कर दिंदे हाँ। हुण असीं इस फाइल नू सेव करांगे, तो सेव करन दा तरीका बच्चों तुहानूं पता ही है। असीं सेव एज़ ते जाके सब तो पहलां देखते हैं कित्थे फाइल सेव करनी है। मान लो डेस्कटॉप ते असीं फिर फाइल का नेम लिखते हाँ। नेम लिखण उपरंत एक चीज़ जो बहुत ही ध्यान च रखण वाली है वो है कि इस तो बाद असीं .html ज़रूर लिखना है, नहीं तो साडा डॉकूमेंट नहीं सही सेव होएगा, वो एक वैब पेज नहीं बनेगा। तो बच्चों देखो आ एक वैब पेज बन चुका है। डेस्कटॉप के उपर मेरी फाइल हैडिंग फाइल है, इसनों मैं हुण ओपन करदी हाँ। इसनों असीं किसी भी ब्राउज़र नाल ओपन कर सकते हाँ। इत्थे असीं माइक्रोसॉफ्ट एज नाल ओपन किया
इस विच देखो अलग अलग लैवल डिस्पले हो गए, हैडिंग 1, हैडिंग 2, हैडिंग 3, हैडिंग 4, हैडिंग 5 ਅਤੇ ਹੈਡਿੰਗ 6 ਤੇ ਤੁਸੀਂ ਦੇਖ ਹੀ ਰਹੇ ਹੋ ਕਿ ਸਾਈਜ਼ ਵੱਧਦੇ ਤੋਂ ਘਟਦਾ ਹੀ ਜਾ ਰਿਹਾ ਹੈ। ਸਭ ਤੋਂ ਵੱਡਾ ਸਾਈਜ਼, ਫਿਰ ਉਸ ਤੋਂ ਛੋਟਾ, ਉਸ ਤੋਂ ਛੋਟਾ ਔਰ ਸਭ ਤੋਂ ਛੋਟਾ। ਹੁਣ ਮੈਂ ਤੁਹਾਨੂੰ ਇਸ ਨੂੰ ਅਲਾਈਨ ਕਰਨਾ ਦੱਸਦੀ ਹਾਂ। ਅਲਾਈਨ ਕਰਨਾ ਮਤਲਬ ਕਿ ਹੈਡਿੰਗ ਸੈਂਟਰ 'ਚ ਆਵੇ ਜਾਂ ਲੈਫਟ 'ਚ ਆਵੇ। ਉਸ ਲਈ ਅਸੀਂ H1 ਟੈਗ ਦੇ ਵਿੱਚ ਜਿੱਥੋਂ ਸ਼ੁਰੂਆਤ ਕੀਤੀ ਸੀ ਉਸ ਦੇ ਵਿੱਚ ਅਲਾਈਨ ਲਿਖਾਂਗੇ, ALIGN ਇਕੁਅਲ ਲਿਖ ਕੇ, ਅਤੇ ਅਸੀਂ ਇਨਵਰਟਿਡ ਕਾਮਸ ਦੇ ਅੰਦਰ ਸੈਂਟਰ, ਰਾਈਟ ਜਾਂ ਲੈਫਟ ਲਿਖਾਂਗੇ, ਕਿਉਂਕਿ ਇਹੀ ਸਾਨੂੰ ਦੱਸੇਗਾ ਕਿ ਹੈਡਿੰਗ ਜੋ ਹੈ ਉਹ ਸੈਂਟਰ 'ਚ ਆਉਣੀ ਹੈ, ਲੈਫਟ 'ਚ ਆਉਣੀ ਹੈ ਜਾਂ ਰਾਈਟ 'ਚ ਆਉਣੀ ਹੈ। ਮੈਂ H1 ਹੈਡਿੰਗ ਜੋ ਹੈ ਉਸਨੂੰ ਸੈਂਟਰ 'ਚ ਡਿਸਪਲੇ ਕਰਵਾ ਰਹੀ ਹਾਂ, H2 ਨੂੰ ਜੋ ਅਲਾਈਨ ਹੈ ਉਹ ਰਾਈਟ ਕਰ ਰਹੀ ਹਾਂ, ਅਤੇ H3 ਦੇ ਵਿੱਚ ਅਲਾਈਨ ਲੈਫਟ ਕਰਾਂਗੀ। ਔਰ ਬੱਚਿਓ ਯਾਦ ਰੱਖਿਓ, ਬਾਏ ਡਿਫੋਲਟ ਮਤਲਬ ਅਸੀਂ ਅਗਰ ਕੁਛ ਨਾ ਵੀ ਲਿਖੀਏ ਤਾਂ ਹਮੇਸ਼ਾ ਉਹ ਲੈਫਟ ਸਾਈਡ ਹੀ ਆਏਗਾ, ਪਰ ਅਗਰ ਅਸੀਂ ਸੈਂਟਰ ਜਾਂ ਰਾਈਟ ਲਿਖਦੇ ਹਾਂ ਫਿਰ ਉਹ ਸੈਂਟਰ ਜਾਂ ਰਾਈਟ ਹੋਏਗਾ। ਹੁਣ ਮੈਂ ਉਸਨੂੰ ਸੇਵ ਕਰਕੇ ਇਸ ਵੈਬ ਪੇਜ ਨੂੰ ਰਿਫਰੈਸ਼ ਕਰਾਂਗੀ ਤਾਂ ਦੇਖੋ ਤੁਹਾਡੇ ਸਾਹਮਣੇ ਹੈਡਿੰਗ 1 ਸੈਂਟਰ 'ਚ ਹੈ ਅਤੇ ਹੈਡਿੰਗ 2 ਰਾਈਟ ਸਾਈਡ 'ਤੇ ਹੈ, ਹੈਡਿੰਗ 3 ਲੈਫਟ ਸਾਈਡ 'ਤੇ ਹੈ, ਅਤੇ H4, H5, H6 ਵਿੱਚ ਅਸੀਂ ਕੋਈ ਅਲਾਈਨਮੈਂਟ ਨਹੀਂ ਕੀਤੀ ਸੀ, ਅਤੇ ਇਹ ਤਿੰਨੋਂ ਹੈਡਿੰਗਸ ਜੋ ਨੇ ਉਹ ਲੈਫਟ ਸਾਈਡ 'ਤੇ ਨੇ। ਇਸ ਦਾ ਮਤਲਬ ਅਸੀਂ ਲੈਫਟ ਸਾਈਡ 'ਤੇ ਹੀ ਬਾਈ ਡਿਫੋਲਟ ਹੈਡਿੰਗਸ ਆਉਂਦੀਆਂ ਨੇ। ਅਸੀਂ ਕੁਛ ਹੁਣ ਅਸੀਂ ਦੇਖਾਂਗੇ ਕਿ ਪ੍ਰੋਗਰਾਮ ਦੀ ਆਊਟਪੁੱਟ ਕਿਵੇਂ ਆਈ। ਬੱਚਿਓ ਅਸੀਂ ਨੋਟਪੈਡ ਦੇ ਵਿੱਚ ਪ੍ਰੋਗਰਾਮ ਲਿਖਿਆ ਸੀ ਜਿਸ ਵਿੱਚ HTML ਹੈਡ, ਟਾਈਟਲ ਅਤੇ ਬਾਡੀ ਟੈਗ ਅਸੀਂ ਯੂਜ਼ ਕੀਤੇ ਸੀ, ਜੋ ਕਿ ਇੱਕ ਪ੍ਰੋਗਰਾਮ ਦੇ ਬੇਸਿਕ ਢਾਂਚੇ ਵਾਸਤੇ ਬਹੁਤ ਜ਼ਰੂਰੀ ਹਨ। ਇਸ ਵਿੱਚ ਅਸੀਂ ਹੈਡਿੰਗ ਦੇ 6 ਲੈਵਲ H1 ਤੋਂ ਲੈ ਕੇ H6 ਦੀ ਵਰਤੋਂ ਕੀਤੀ ਤਾਂ ਕਿ ਅਸੀਂ ਵੱਖ-ਵੱਖ ਹੈਡਿੰਗਸ ਲਿਖ ਸਕੀਏ। ਤਾਂ ਆਓ ਹੁਣ ਅਸੀਂ ਇਸ ਦੀ ਆਊਟਪੁੱਟ ਦੇਖਦੇ ਹਾਂ। ਇਸ ਦੀ ਆਊਟਪੁੱਟ ਕੁਝ ਇਸ ਤਰੀਕੇ ਆਈ ਸੀ, ਜਿਸ ਵਿੱਚ ਅਸੀਂ ਹੈਡਿੰਗ 1, ਹੈਡਿੰਗ 2, 3, 4, 5 ਐਂਡ 6 ਇਹ 6 ਲੈਵਲ ਜੋ ਨੇ ਹੈਡਿੰਗਸ ਦੇ ਅਸੀਂ ਵਰਤੇ ਸੀਗੇ, ਜਿਸ ਵਿੱਚ ਹੈਡਿੰਗ 1 ਦਾ ਸਾਈਜ਼ ਸਭ ਤੋਂ ਲਾਰਜੈਸਟ ਹੈ, ਸਭ ਤੋਂ ਵੱਡਾ ਸਾਈਜ਼ ਹੈ, ਅਤੇ ਉਹ ਘਟਦਾ ਹੋਇਆ ਹਰ ਇੱਕ ਲੈਵਲ ਤੋਂ ਅਤੇ H6 ਤੱਕ ਜੋ ਕਿ ਹੈਡਿੰਗ 6 ਹੈ ਉਸ ਵਿੱਚ ਸਭ ਤੋਂ ਛੋਟਾ ਸਾਈਜ਼ ਹੈ। ਤਾਂ ਚਲੋ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਅਸੀਂ ਪ੍ਰੋਗਰਾਮ ਦੇ ਵਿੱਚ ਅਲਾਈਨ ਇੱਕ ਐਟਰੀਬਿਊਟ ਹੈ ਜਿਸ ਨੂੰ ਕਿ ਇੱਕ ਟੈਗ ਦੇ ਵਿੱਚ ਵਰਤਿਆ ਜਾਂਦਾ ਹੈ। ਅਸੀਂ H1, H2 ਅਤੇ H3 ਟੈਗ ਦੇ ਵਿੱਚ ਅਲਾਈਨ ਦੀ ਵਰਤੋਂ ਕੀਤੀ, ਜਿਸ ਵਿੱਚ ਅਸੀਂ ਸੈਂਟਰ, ਰਾਈਟ ਅਤੇ ਲੈਫਟ ਲਿਖਿਆ। ਅਲਾਈਨ ਸੈਂਟਰ ਦਾ ਮਤਲਬ ਵਿਚਕਾਰ, ਅਲਾਈਨ ਰਾਈਟ ਦਾ ਮਤਲਬ ਸੱਜੇ ਪਾਸੇ, ਅਲਾਈਨ ਲੈਫਟ ਦਾ ਮਤਲਬ ਖੱਬੇ ਪਾਸੇ। ਤਾਂ ਆ ਇਸ ਦੀ ਆਊਟਪੁੱਟ ਦੇਖੀ ਸੀ ਅਸੀਂ, ਜਿਸ ਵਿੱਚ ਅਸੀਂ ਹੈਡਿੰਗ 1 ਨੂੰ ਸੈਂਟਰ ਦੇ ਵਿੱਚ ਲਿਖਿਆ, ਹੈਡਿੰਗ 2 ਨੂੰ ਸੱਜੇ ਪਾਸੇ ਲਿਖਿਆ ਅਤੇ ਹੈਡਿੰਗ 3 ਖੱਬੇ ਪਾਸੇ। ਪਰ ਅਗਰ ਅਸੀਂ ਅਲਾਈਨ ਨਹੀਂ ਕਰਦੇ ਜਾਂ ਅਲਾਈਨਮੈਂਟ ਦਾ ਜੋ ਐਟਰੀਬਿਊਟ ਹੈ ਉਸ ਦੀ ਵਰਤੋਂ ਨਹੀਂ ਕਰਦੇ ਤਾਂ ਵੀ ਸਾਡੀ ਜੋ ਪ੍ਰੋਗਰਾਮ ਦੇ ਵਿੱਚ ਆਊਟਪੁੱਟ ਹੈ ਉਸ ਦੇ ਵਿੱਚ ਬਾਈ ਡਿਫੋਲਟ ਲੈਫਟ ਹੀ ਆਵੇਗਾ। ਤਾਂ ਹੁਣ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਸਮਝ ਆ ਚੁੱਕਾ ਹੋਵੇਗਾ। ਤੁਸੀਂ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਦੇਖ ਕੇ ਸਮਝਣਾ ਤਾਂ ਕਿ ਤੁਹਾਨੂੰ ਹੈਡਿੰਗਸ ਦੇ ਸਾਰੇ ਲੈਵਲਸ ਵਾਲੇ ਟੈਗ ਕਲੀਅਰ ਹੋ ਜਾਣ। ਧੰਨਵਾਦ।